ਤੇ ਯਕੀਨ ਮੰਨੋ ਸਾਡੇ ਮੂੰਹ 'ਚ ਦਰੂਦ ਸ਼ਰੀਫ ਨਿਕਲਿਆ ਹੈ। ਠੀਕ ਹੈ ਨਾ, ਅੱਲਾਹ ਤਾਲਾ ਦਾ ਲੱਖ ਸ਼ੁਕਰ ਅਦਾ ਕੀਤਾ ਹੈ। ਹਰ ਕਿਸਮ ਦੀ ਵੈਰਾਈਟੀ ਇੱਥੇ ਮੌਜੂਦ ਹੈ ਔਰ ਜਿਹੜੀ ਅੰਦਾਜ਼ 'ਚ ਇੱਥੇ ਮਾਲ ਦੀ ਖਿਦਮਤ ਕੀਤੀ ਜਾ ਰਹੀ ਹੈ ਉਹ ਮੈਂ ਇਹ ਸਮਝਦਾ ਕਿ ਪਹਿਲੇ ਮੁਖਤਲਿਫ ਲੋਕ ਮੁਖਤਲਿਫ ਵਿਊਜ਼ ਰੱਖਦੇ ਨੇ ਉਹ ਇੱਥੇ ਆ ਕੇ ਮਹਿਸੂਸ ਹੋਇਆ ਸਾਨੂੰ ਕਿ ਇਨਸਾਨ ਇੱਕ ਕਿਸ ਤਰ੍ਹਾਂ ਖਿਦਮਤ ਕਰਦਾ ਹੈ ਜਾਨਵਰਾਂ ਦੀ ਔਰ ਇਹਦਾ ਮਕਸਦ ਕੀ ਹੈ। ਮੈਂ ਖੁਦ ਇੱਕ ਜਰਨਲਿਸਟ ਆਦਮੀ ਹਾਂ, ਜਰਨਲਿਜ਼ਮ ਤੋਂ ਮੇਰਾ ਤਾल्लुक है। ਅਸੀਂ ਤਹਿਕੀਕੀ ਆਦਮੀ ਹਾਂ ਵੀ ਕੀ ਤਹਿਕੀਕ ਹੁੰਦੀ ਹੈ, ਕੀ ਚੀਜ਼ ਤਹਿਕੀਕ ਕਰਨੀ ਚਾਹੀਦੀ ਹੈ, ਲੇਕਿਨ ਅਸੀਂ ਇੱਥੇ ਪਹੁੰਚ ਕੇ ਸਾਨੂੰ ਮਹਿਸੂਸ ਇਹ ਹੋਇਆ ਹੈ ਕਿ ਜੋ ਕੁਝ ਵੀ ਇਹ ਕੰਮ ਹੋ ਰਿਹਾ ਹੈ ਇਹ ਵਾਕਈ ਰਾਣਾ ਸਾਹਿਬ ਆਵਾਮ ਦੀ ਖਿਦਮਤ ਕਰ ਰਹੇ ਨੇ। ਠੀਕ ਹੈ ਨਾ, ਔਰ ਆਪਣੇ ਪ੍ਰਾਫਿਟ ਚੋਂ ਲੋਕਾਂ ਦਾ ਸ਼ੇਅਰ ਕਰ ਰਹੇ ਨੇ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਔਰ ਇਨਸ਼ਾਅੱਲਾ ਬਹੁਤ ਸ਼ੁਕਰੀਆ ਭਾਈ ਰਾਣਾ ਯੂਸਫ ਸਾਹਿਬ। ਇਨਸ਼ਾਅੱਲਾ ਹੁਣ ਤੁਹਾਨੂੰ ਆਪਾਂ ਅਨਮੋਲ ਮੁਸ਼ਤਰਕਾ ਫਾਰਮ ਤੋਂ ਵੀ ਲੈ ਕੇ ਜਾਵਾਂਗੇ। ਤੁਸੀਂ ਇੱਥੇ ਮਾਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਦੇਖੀਏ ਤੇ ਅਨਮੋਲ ਨੂੰ ਵੀ ਮਿਲਿਓ। ਅਨਮੋਲ ਦੇ ਬਾਰੇ ਤੁਹਾਡੇ ਕੀ ਤਾਸਰਾਤ ਨੇ, ਜਿਵੇਂ ਵੀਡੀਓ ਦੇਖਦੇ ਉਵੇਂ ਦਾ ਹੈ ਜਾਂ ਉਹਦਾ ਕੋਈ ਥੋੜ੍ਹਾ ਜਿਹਾ ਘੱਟ ਹੈ? ਗੱਲ ਇਹ ਜਿੱਥੇ ਤੱਕ ਅਨਮੋਲ ਦੀ ਗੱਲ ਹੈ ਨਾ ਜੀ, ਪਹਿਲੇ ਤਾਂ ਵੀਡੀਓ ਵੇਖਦੇ ਰਹੇ ਹਾਂ ਕਿ ਅਨਮੋਲ ਕੀ ਚੀਜ਼ ਹੈ, ਕਿਸ ਤਰ੍ਹਾਂ ਹੈ, ਕਿਆ ਬਾਤ ਹੈ, ਲੇਕਿਨ ਇੱਥੇ ਆ ਕੇ ਸਾਨੂੰ ਮਹਿਸੂਸ ਹੋਇਆ ਉਸ ਤੋਂ ਵੀ ਵੱਧ ਹੈ ਅਨਮੋਲ। ਲੇਕਿਨ ਜਿਹੜੀ ਇਹਦੇ 'ਤੇ ਮਿਹਨਤ ਹੋਈ ਹੈ ਉਹ ਆਮ ਆਦਮੀ ਦਾ ਕੰਮ ਨਹੀਂ। ਰਾਣਾ ਸਾਹਿਬ ਤੁਸੀਂ ਇਹ ਵੇਖੋ ਕਿ ਅਸੀਂ ਜ਼ਿਮੀਂਦਾਰ ਤਮਾਮ ਚੀਜ਼ਾਂ ਹੋ ਕਰਕੇ ਇੰਨੀ ਖਿਦਮਤ ਨਹੀਂ ਕਰ ਸਕਦੇ ਜਿਹੜੇ ਅੰਦਾਜ਼ ਵਿੱਚ ਤੁਸੀਂ ਖਿਦਮਤ ਕਰ ਰਹੇ ਹੋ। ਇੱਕ ਮੁਕੰਮਲ ਦੁੱਧ ਪਿਲਾ ਦਿੰਦੇ ਹੋ ਬੱਚਾ ਨੂੰ ਸਿਰਫ ਇਸ ਵਜ੍ਹਾ ਦੇ ਕਿ ਬੱਚੇ ਜਵਾਨ ਹੋਣ ਔਰ ਆਵਾਮ ਨੂੰ ਸ਼ਊਰ ਪੈਦਾ ਕਰ ਰਹੇ ਹੋ ਆਵਾਮ ਵਿੱਚ। ਇਹ ਜਿਹੜਾ ਚੀਜ਼ ਹੈ ਨਾ ਇਹ ਕਿਸੇ ਦੇ ਹਿੱਸੇ 'ਚ ਨਸੀਬ ਹੁੰਦੀ ਹੈ ਔਰ ਕੋਈ ਇਹ ਕੰਮ ਕਰ ਸਕਦਾ, ਹਰ ਬੰਦੇ ਦਾ ਕੰਮ ਨਹੀਂ ਇਹ ਕੰਮ ਕਰਨਾ। ਬੇਸ਼ੱਕ ਭਾਈ ਯੂਸਫ, ਇਹਦੇ ਕੋਈ ਸ਼ੱਕ ਨਹੀਂ। ਬਹਰਹਾਲ ਅਗਰ ਸਾਡੇ ਆਮ ਕਿਸਾਨ ਸਾਡੇ ਇਸ ਨਜ਼ਰੀਏ ਨੂੰ ਅਡਾਪਟ ਕਰ ਲੈਣ ਨਾ ਤੇ ਇਨਸ਼ਾਅੱਲਾ ਖਸਾਰਾ ਨਹੀਂ ਹੁੰਦਾ। ਬੇਜ਼ਬਾਨ ਬੱਚਿਆਂ ਦੀ ਬਿਹਤਰ ਨਿਗਹਦਾਸ਼ਤ ਕਰਨ ਤੇ ਉਹਨਾਂ ਨੂੰ ਫਾਇਦਾ ਹੀ ਫਾਇਦਾ ਹੈ। ਦੋਸਤੋ ਤੁਹਾਨੂੰ ਅਨਮੋਲ ਨਾਲ ਮਿਲਾਉਂਦੇ ਹਾਂ ਜੀ, ਕਿਉਂਕਿ ਪਹਿਲੇ ਅਸੀਂ ਮਿਲ ਆਏ ਹਾਂ ਤੇ ਹੁਣ ਤੁਹਾਡੇ ਵਾਸਤੇ ਦੁਬਾਰਾ ਜਾਂਦੇ ਹਾਂ ਜੀ। ਲਓ ਜੀ ਦੋਸਤੋ, ਮਾਸ਼ਾਅੱਲਾ ਤੁਸੀਂ ਵੇਖ ਲਓ ਕਿ ਪੂਰੀ ਲਾਈਨ ਮੱਝਾਂ ਦੀ ਖੜੀ ਜੇ ਤੇ ਕੱਦ-ਔਰ ਮੱਝਾਂ ਜੇ ਤੇ ਸਾਰੀਆਂ ਜੋ ਮਾਸ਼ਾਅੱਲਾ ਸ਼ਹਿਜ਼ਾਦਾ ਅਨਮੋਲ ਜਿਹੜਾ ਨਾ ਇਸ ਟਾਈਮ ਸਪੈਸ਼ਲ ਜੇ ਮਾਸ਼ਾਅੱਲਾ ਕੱਦ ਕਾਠ। ਲਓ ਜੀ ਰਾਣਾ ਸਾਹਿਬ ਇੱਕ ਕੱਦ-ਔਰ ਜਵਾਨ ਨੇ ਤੇ ਤੁਸੀਂ ਵੇਖ ਲਓ ਤਕਰੀਬਨ 6.5 ਫੁੱਟ ਕਰਦੇ ਹੈ। ਹਾਂਜੀ ਨਾ ਜੀ, ਤੇ ਮੈਂ ਇਹਨੂੰ ਵੇਖ ਰਿਹਾ ਤੇ ਅਗਰ ਵੇਖੀਏ ਤੇ ਇੰਨੀ ਉਮਰ ਵਿੱਚ ਮਾਸ਼ਾਅੱਲਾ ਇਹਨੇ ਇੰਨੀ ਹਾਈਟ ਕੀਤੀ ਹੈ ਤੇ ਹਾਂਜੀ ਅੱਗੇ ਜਾ ਕੇ ਤੇ ਮਾਸ਼ਾਅੱਲਾ ਇਹਦਾ ਜਿਹੜਾ ਨਾ ਕੱਦ ਉਹ ਮਜ਼ੀਦ ਵਧੇਗਾ। ਇਹ ਕਹਿੰਦੇ 3 ਸਾਲ ਤੱਕ 3.5 ਸਾਲ ਤੱਕ ਵੱਧਦਾ ਨਹੀਂ ਜੀ। ਕੱਦ ਜਿਹੜਾ ਵੱਧਦਾ ਹੈ ਉਹ 6 ਦਿਨਾਂ ਤੱਕ ਵੱਧਦਾ ਹੈ। ਸਹੀ। ਇਹ ਅਜੇ ਖੀਰਾ ਹੈ। ਇਹ ਖੀਰਾ ਹੈ ਜੀ, ਹਲੇ 17 ਮਹੀਨੇ ਦੇ। ਅੱਜ ਕੀ ਤਰੀਕ ਹੈ ਜੀ? 19 ਸਤੰਬਰ ਜੁਲਾਈ 19 ਜੁਲਾਈ 2019 ਦੀ ਇਹ ਵੀਡੀਓ ਬਣ ਰਹੀ ਸੀ ਤੇ ਇਸ ਦਿਨ ਬੱਚਾ ਜਿਹੜਾ ਨਾ 17 ਮਹੀਨੇ ਦੇ ਤਕਰੀਬਨ 5 ਦਿਨ ਦਾ ਹੋਇਆ ਜੇ। ਹਾਂਜੀ, ਇਹ ਵੇਖੋ ਕਿ ਮਾਸ਼ਾਅੱਲਾ ਇਹਨਾਂ ਜਿਹੜਾ ਵਧਣਾ ਹੈ ਨਾ ਜੀ ਇਹ ਕੋਰ ਤੱਕ ਵੱਧਦਾ ਹੈ। ਜਿਹੜੇ ਸਾਡੇ ਬਜ਼ੁਰਗ ਕਹਿੰਦੇ ਨੇ ਨਾ, ਕਿਉਂਕਿ ਸਾਡਾ ਇਹ ਖਾਨਦਾਨੀ ਪੇਸ਼ਾ ਹੈ, ਸਾਡੇ ਬਜ਼ੁਰਗ ਕਹਿੰਦੇ ਨੇ ਕਿ ਕੋਰ ਤੱਕ ਜਾਨਵਰ ਵੱਧਦਾ ਹੈ। ਜਿਹੜਾ ਖੀਰਾ ਹੈ ਨਾ ਉਹ ਇਸ ਤਰ੍ਹਾਂ ਸਮਝੋ ਕਿ ਜਿਸ ਤਰ੍ਹਾਂ ਇਹ ਬੱਚਾ ਨਹੀਂ ਹੁੰਦਾ ਜਿਹਦੇ ਦੰਦ ਨਹੀਂ ਨਿਕਲੇ ਹੁੰਦੇ। ਜੀ ਜੀ ਬਿਲਕੁਲ। ਦੁੱਧ ਦੇ ਦੰਦ ਹੁੰਦੇ ਨੇ ਤੇ ਦੁੱਧ ਦੇ ਦੰਦਾਂ 'ਚ ਖਲੋਤਾ ਹੈ ਜੀ। ਸਹੀ। ਜਦੋਂ ਇਹਦੇ 2 ਦੰਦ ਹੋ ਜਾਣਗੇ ਤੇ ਇਹ ਅਸੀਂ ਸਮਝਾਂਗੇ ਇਹ ਅਜੇ ਬਾਲਗ ਹੋਣ ਲੱਗਾ ਹੈ। ਇਨਸ਼ਾਅੱਲਾ ਜਿਸ ਤਰ੍ਹਾਂ ਇਹ ਮੁੰਡਾ 15 ਸਾਲ ਦਾ ਹੁੰਦਾ ਹੈ ਇਸ ਤਰ੍ਹਾਂ ਇਹ ਹੋਏਗਾ ਇਨਸ਼ਾਅੱਲਾ ਜੀ। ਲਓ ਜੀ ਦੋਸਤੋ, ਅੱਜ ਵਾਹਵਾ ਦਿਨਾਂ ਤੋਂ ਬਾਅਦ ਤੁਹਾਡੇ ਅਨਮੋਲੇ ਦੀ ਵੀਡੀਓ ਫੇਰ ਬਣਾਈ ਅਸੀਂ। ਅਕਸਰ ਦੋਸਤ ਇਹ ਤਾਂ ਪੁੱਛਦੇ ਰਹਿੰਦੇ ਨੇ ਜੀ ਕਿ ਅਨਮੋਲ ਦੀ ਵੀਡੀਓ ਨਹੀਂ ਆ ਰਹੀ। ਤੇ ਭਾਈ ਯੂਸਫ ਤੁਸੀਂ ਵੇਖ ਲਓ ਕਿ ਮੱਝਾਂ ਆਪਣੀਆਂ ਸਾਰੀਆਂ ਹੀ ਕੱਦ-ਔਰ ਜੇ, ਮੱਧਰੀਆਂ ਨਹੀਂ ਗਈਆਂ ਤੇ ਮਾਸ਼ਾਅੱਲਾ ਇਹ ਹੁਣ ਇਸ ਟਾਈਮ ਮਾਂ ਦੇ ਨਾਲ ਖੜਾ ਹੈ, ਇਹ ਨਾਲ ਡਾਚੀ ਦੀ ਮਾਂ ਜੇ। ਤੇ ਤੁਸੀਂ ਦੇਖੋ ਕਿ ਇਸ ਟਾਈਮ ਉਹਦੀ ਦੁੱਧ ਦੀ ਤਲਬ ਹੋ ਰਹੀ ਹੈ। ਦੁੱਧ ਦੀ ਤਲਬ ਹੋ ਰਹੀ ਜੀ, ਬਿਲਕੁਲ। ਹੁਣ ਉਹਦਾ ਜਿਹੜਾ ਟਾਈਮ ਹੋਇਆ ਖੜਾ ਹੈ ਤੇ ਉਹ ਕਹਿੰਦਾ ਜੀ ਸਾਨੂੰ ਦੁੱਧ ਪਿਲਾ ਦਿਓ। ਆ ਜਾ ਅਨਮੋਲੇ ਪੁੱਤਰ, ਆ ਜਾ ਇੱਧਰ। ਆ ਜਾਓ। ਉਹ ਡਰ ਨਹੀਂ ਲੱਗਦਾ, ਕੁਛ ਨਹੀਂ ਕਹਿੰਦਾ ਜੇ, ਪੱਕਾ ਪੀਠਾ ਕੁਛ ਵੀ ਨਹੀਂ ਜੇ ਕਹਿੰਦਾ। ਲਓ ਜੀ ਸਾਡੇ ਭਾਈ ਲਿਆਕਤਪੁਰ ਤੋਂ ਤਸ਼ਰੀਫ ਲਾਏ ਨੇ ਮਾਸ਼ਾਅੱਲਾ ਤੇ ਅਨਮੋਲ ਦਾ ਨਾ ਫੀਡਿੰਗ ਟਾਈਮ ਹੈ ਜੀ ਤੇ ਉਹਨੂੰ ਹੁਣ ਫਿਕਰ ਲੱਗਾ ਵੀ ਛੇਤੀ ਮੈਨੂੰ ਨਾ ਦੁੱਧ ਪਿਆਣ। ਠੀਕ ਹੈ ਜੀ ਦੋਸਤੋ, ਇਜਾਜ਼ਤ ਦਿਓ। ਇਨਸ਼ਾਅੱਲਾ
ਕਿਸੇ ਨਵੀਂ ਵੀਡੀਓ ਨਾਲ ਫਿਰ ਤੁਹਾਡੇ ਨਾਲ ਮਿਲਾਂਗੇ। हाँ वो अब अनमोल जा रहे हैं जी। ਹਾਂਜੀ ਹਾਂਜੀ ਲਓ ਜੀ ਭਾਈ ਯੂਸਫ ਹੁਣ ਆ ਜਾਓ ਪਰਲੇ ਪਾਸੇ, ਖਲੋ ਜਾਓ ਜ਼ਰਾ ਨਾਲ। ਇਹਦੇ ਨਾਲ ਖਲੋ ਜੀ, ਆ ਕੇ ਦੂਰ ਨਾ ਖਲੋ, ਆ ਪਿਛਲੇ ਪਾਸੇ, ਹਾਂ ਇੱਥੇ। ਲਓ ਜੀ ਬਹੁਤ ਦਿਨਾਂ ਬਾਅਦ ਦੋਸਤਾਂ ਵੀਰਾਂ ਨੂੰ ਅੱਜ ਅਨਮੋਲ ਦਾ ਦੀਦਾਰ ਅਸੀਂ ਦੁਬਾਰਾ ਕਰਾਤਾ ਜੇ। ਵੇਖ ਕੇ ਇੰਜੋਏ ਕਰਦੇ ਰਹੋ। ਤੇ ਉਹ ਸਾਹਮਣੇ ਮੇਰਾ ਸੇਠ ਹੈ ਜੀ ਭਾਈ ਆਬਦ, ਇਹ ਮੇਰੇ ਰਕਬੇ ਦਾ ਮਾਲਕ ਜੇ। ਵੈਸੇ ਤਾਂ ਰਕਬੇ ਦਾ ਮਾਲਕ ਅੱਲਾ ਹੁੰਦਾ, ਪਰ ਦੁਨਿਆਵੀ ਲਿਹਾਜ਼ ਨਾਲ ਮੇਰੇ ਰਕਬੇ ਦਾ ਮਾਲਕ ਹੈ ਜੀ। ਵਾਲੇਕੁਮ ਸਲਾਮ। ਲੋ ਜੀ ਇਜਾਜ਼ਤ ਦਿਓ, ਕਿਉਂਕਿ ਇੱਕ ਟਾਈਮ ਜਿਹੜਾ ਨਾ ਡੀਗਰ ਵਾਲਾ ਹੁੰਦਾ ਪਿਆ, ਪੇਸ਼ੀ ਵਾਲਾ ਕਿਹੜਾ ਤੇ ਹੁਣ ਅਸੀਂ ਦੂਜੇ ਫਾਰਮ ਤੇ ਵੀ ਜਾਣਾ, ਤੇ ਇਨਸ਼ਾਅੱਲਾ ਤੁਹਾਡੇ ਨਾਲ ਫਿਰ ਮਿਲਾਂਗੇ। ਰੱਬ ਰੱਖਾ, ਅੱਲਾ ਦੇ ਹਵਾਲੇ ਜੀ।